प्यारे विद्यार्थियों, सत श्री अकाल। मैं प्रियंका महाजन, साइंस मिस्ट्रेस, गवर्नमेंट गर्ल्स सीनियर सेकेंडरी स्कूल लोहिया खास जलंधर। ਅੱਜ ਤੁਹਾਨੂੰ 6ਵੀਂ ਜਮਾਤ ਦਾ ਅਧਿਆਇ ਨੰਬਰ 3 ਫਾਈਬਰ ਟੂ ਫੈਬਰਿਕ ਰੇਸ਼ਿਆਂ ਤੋਂ ਕੱਪੜੇ ਤੱਕ ਕਰਵਾਉਣ ਜਾ ਰਹੀ ਹਾਂ। ਉਮੀਦ ਕਰਦੀ ਹਾਂ ਸਾਰੇ ਵਿਦਿਆਰਥੀ ਇਸ ਅਧਿਆਇ ਨੂੰ ਧਿਆਨ ਨਾਲ ਸਮਝਣਗੇ ਤੇ ਆਪਣੇ ਵਿਗਿਆਨ ਵਿਸ਼ੇ ਦੀ ਜਾਣਕਾਰੀ ਵਿੱਚ ਵਾਧਾ ਕਰਨਗੇ। ਚਲੋ ਬੇਟਾ, ਅਸੀਂ ਆਪਣਾ ਅਧਿਆਇ ਸ਼ੁਰੂ ਕਰਨੇ ਹਾਂ। ਬੇਟਾ, ਤੁਸੀਂ ਕਦੀ ਕਿਸੇ ਕੱਪੜੇ ਦੀ ਦੁਕਾਨ 'ਤੇ ਗਏ ਹੋ? ਉੱਥੇ ਤੁਹਾਨੂੰ ਕੀ ਦੇਖਣ ਨੂੰ ਮਿਲਦਾ ਹੈ? ਹਾਂ, ਕੱਪੜੇ ਦੀ ਦੁਕਾਨ 'ਤੇ ਤੁਹਾਨੂੰ ਵੱਖ-ਵੱਖ ਕਿਸਮ ਦੇ ਕੱਪੜੇ ਵੇਖਣ ਨੂੰ ਮਿਲਦੇ ਹਨ। ਕੋਈ ਕੱਪੜਾ ਸੂਤੀ, ਕੋਈ ਰੇਸ਼ਮੀ, ਕੋਈ ਨਾਇਲੌਨ ਤੋਂ ਬਣਿਆ, ਕੋਈ ਪੋਲੀਸਟਰ ਦਾ ਕੱਪੜਾ ਤੁਹਾਨੂੰ ਦੁਕਾਨ 'ਤੇ ਦੇਖਣ ਨੂੰ ਮਿਲੇਗਾ। ਮਤਲਬ ਕੱਪੜਿਆਂ ਦੀ ਦੁਕਾਨ 'ਤੇ ਸਾਨੂੰ ਵੱਖ-ਵੱਖ ਤਰ੍ਹਾਂ ਦੇ ਕੱਪੜੇ ਦੇਖਣ ਨੂੰ ਮਿਲਦੇ ਹਨ। ਜੇਕਰ ਤੁਸੀਂ ਆਪਣੇ ਘਰ ਵਿੱਚ ਹੀ ਦੇਖੋ ਤਾਂ ਬਿਸਤਰੇ ਦੀ ਚਾਦਰ, ਕੰਬਲ, ਪਰਦੇ, ਮੇਜ਼ਪੋਸ਼, ਤੌਲੀਏ, ਪੋਨੇ, ਡਸਟਰ, ਤੁਹਾਡੇ ਸਕੂਲ ਬੈਗ, ਇਹ ਸਾਰੇ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਤੋਂ ਬਣੇ ਹਨ। ਪਰ ਬੇਟਾ, ਜੇਕਰ ਅਸੀਂ ਇਹਨਾਂ ਸਾਰੇ ਕੱਪੜਿਆਂ ਦੀ ਪਹਿਚਾਣ ਕਰੀਏ ਤਾਂ ਇਹ ਕੱਪੜੇ ਉੱਨੀ, ਰੇਸ਼ਮੀ, ਸੂਤੀ ਤੇ ਸੰਸ਼ਲਿਸ਼ਟ ਦੇ ਰੂਪ ਵਿੱਚ ਪਹਿਚਾਨੇ ਜਾਣਗੇ। ਦੇਖੋ, ਤੁਸੀਂ ਸਕਰੀਨ 'ਤੇ ਵੀ ਦੇਖ ਸਕਦੇ ਹੋ। ਮੈਂ ਇੱਥੇ ਸੂਤੀ, ਉੱਨੀ, ਰੇਸ਼ਮੀ, ਪਟਸਨ ਦੇ ਕੱਪੜੇ, ਜਿਸ ਨੂੰ ਤੁਸੀਂ ਜੂਟ ਵੀ ਕਹਿੰਦੇ ਹੋ, ਤੇ ਕਈ ਸੰਸ਼ਲਿਸ਼ਟ ਰੇਸ਼ਿਆਂ ਤੋਂ ਬਣੇ ਕੱਪੜੇ ਵੀ ਦਰਸਾਏ ਹਨ। ਬੇਟਾ, ਇਹ ਕੱਪੜੇ ਜਿਹੜੇ ਹਨ, ਇਹਨਾਂ ਨੂੰ ਤਾਂ ਤੁਸੀਂ ਪਹਿਚਾਨ ਲਿਆ। ਜੇਕਰ ਤੁਸੀਂ ਇਹਨਾਂ ਨੂੰ ਛੂਹ ਕੇ ਦੇਖੋਗੇ ਤਾਂ ਇਹ ਛੂਹਣ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਲੱਗਦੇ ਹਨ। ਆਓ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੀਏ। ਇੱਕ ਕਿਰਿਆ ਕਰਨੇ ਹਾਂ। ਤੁਸੀਂ ਆਪਣੇ ਘਰ ਵਿੱਚ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਦੀਆਂ ਕਾਤਰਾਂ ਇਕੱਠੀਆਂ ਕਰੋ। ਬੇਟਾ, ਫਿਰ ਤੁਸੀਂ ਇਹਨਾਂ ਕੱਪੜਿਆਂ ਦੀਆਂ ਕਾਤਰਾਂ ਦੀ ਪਹਿਚਾਣ ਕਰੋ ਕਿ ਇਹਨਾਂ ਵਿੱਚੋਂ ਕਿਹੜੀ ਕਾਤਰ ਸੂਤੀ ਕੱਪੜੇ ਤੋਂ ਬਣੀ ਹੈ, ਕਿਹੜੀ ਰੇਸ਼ਮੀ ਕੱਪੜੇ ਤੋਂ ਬਣੀ ਹੈ, ਕਿਹੜੀ ਊਨੀ ਕਾਤਰ ਹੈ ਤੇ ਕਿਹੜੀ ਪਟਸਨ ਮਤਲਬ ਜੂਟ ਤੋਂ ਬਣੀ ਹੈ। ਬੇਟਾ, ਤੁਸੀਂ ਇਹਨਾਂ 'ਤੇ ਲੇਬਲ ਕਰੋ। ਦੇਖੋ, ਜਿਸ ਤਰ੍ਹਾਂ ਮੈਂ ਚਿੱਤਰ ਵਿੱਚ ਲੇਬਲ ਕਰੇ ਹੋਏ ਹੈ, ਤੁਸੀਂ ਵੀ ਇਹਨਾਂ ਉੱਤੇ ਲੇਬਲ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਕੱਪੜੇ ਨੂੰ ਦੇਖਦੇ ਹੋ ਤਾਂ ਉਹ ਕੱਪੜਾ ਤੁਹਾਨੂੰ ਇੱਕ ਅਖੰਡ ਟੁਕੜਾ ਲੱਗਦਾ ਹੈ। ਪਰ ਜੇਕਰ ਤੁਸੀਂ ਕਿਸੇ ਕੱਪੜੇ ਨੂੰ ਧਿਆਨ ਨਾਲ ਨੇੜੇ ਤੋਂ ਦੇਖੋ ਤਾਂ ਤੁਹਾਨੂੰ ਉਸ ਵਿੱਚ ਧਾਗਿਆਂ ਦਾ ਤਾਨਾ ਬਾਨਾ ਬਣਿਆ ਹੋਇਆ ਨਜ਼ਰ ਆਏਗਾ। ਇਸ ਦਾ ਮਤਲਬ ਕੱਪੜਾ ਧਾਗੇ ਤੋਂ ਬਣਿਆ ਹੈ। ਇਸ ਨੂੰ ਸਮਝਣ ਲਈ ਅਸੀਂ ਇੱਕ ਹੋਰ ਕਿਰਿਆ ਕਰਾਂਗੇ। ਤੁਸੀਂ ਧਿਆਨ ਨਾਲ ਸਮਝਣਾ ਹੈ। ਕਿਰਿਆ ਦਾ ਨਾਮ ਹੈ ਟੂ ਸਟੱਡੀ ਫੈਬਰਿਕ ਇਜ਼ ਮੇਡ ਅਪ ਆਫ yarns arranged together। ਧਾਗਿਆਂ ਨੂੰ ਇੱਕ ਥਾਂ ਤਰਤੀਬ ਵਿੱਚ ਇਕੱਠਾ ਕਰਕੇ ਕੱਪੜਾ ਬਣਦਾ ਹੈ। ਇਹ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ? ਬੇਟੇ, ਤੁਸੀਂ ਇੱਕ ਸੂਤੀ ਕੱਪੜਾ ਲੈਣਾ ਹੈ ਤੇ ਉਸ ਦੇ ਇੱਕ ਸਿਰੇ 'ਤੇ ਕੋਈ ਢਿੱਲਾ ਧਾਗਾ ਲੱਭਣਾ ਹੈ ਤੇ ਜੇਕਰ ਤੁਹਾਨੂੰ ਢਿੱਲਾ ਧਾਗਾ ਮਿਲ ਜਾਏ ਤਾਂ ਇਸ ਨੂੰ ਬਾਹਰ ਵੱਲ ਨੂੰ ਖਿੱਚਣਾ ਹੈ, ਜਿਸ ਤਰ੍ਹਾਂ ਕਿ ਚਿੱਤਰ ਵਿੱਚ ਵੀ ਦਿਖਾਇਆ ਗਿਆ ਹੈ। ਬੇਟੇ, ਜੇਕਰ ਤੁਹਾਨੂੰ ਕੋਈ ਢਿੱਲਾ ਧਾਗਾ ਵਿਖਾਈ ਨਾ ਦੇਵੇ ਤਾਂ ਤੁਸੀਂ ਕੋਈ ਸੂਈ ਦੀ ਮਦਦ ਨਾਲ ਇੱਕ ਧਾਗਾ ਹੌਲੀ-ਹੌਲੀ ਬਾਹਰ ਖਿੱਚ ਸਕਦੇ ਹੋ। ਜਦੋਂ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਕੀ ਦੇਖੋਗੇ? ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਕੱਪੜਾ ਹੈ ਉਹ ਧਾਗਿਆਂ ਤੋਂ ਮਿਲ ਕੇ ਬਣਿਆ ਹੈ। ਤੁਹਾਨੂੰ ਪਤਾ ਲੱਗੇਗਾ ਕਿ ਧਾਗਿਆਂ ਨੂੰ ਇੱਕ ਥਾਂ ਤਰਤੀਬ ਵਿੱਚ ਇਕੱਠਾ ਕਰਕੇ ਹੀ ਕੱਪੜਾ ਬਣਦਾ ਹੈ। ਤੁਹਾਨੂੰ ਇਹ ਤੇ ਪਤਾ ਲੱਗ ਗਿਆ ਕਿ ਕੱਪੜਾ ਧਾਗੇ ਤੋਂ ਬਣਦਾ ਹੈ। ਹੁਣ ਅਸੀਂ ਇੱਕ ਕਿਰਿਆ ਹੋਰ ਕਰਾਂਗੇ ਜਿਸ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਧਾਗਾ ਕਿਸ ਚੀਜ਼ ਤੋਂ ਬਣਦਾ ਹੈ। ਬੇਟਾ, ਤੁਹਾਡੀ ਕਿਰਿਆ ਦਾ ਨਾਮ ਹੈ ਟੂ ਸਪਲਿਟ ਦਾ yarn into thin strands। ਧਾਗੇ ਨੂੰ ਪਤਲੀਆਂ ਰੇਸ਼ੇਦਾਰ ਲੜੀਆਂ ਵਿੱਚ ਵਿਭਾਜਿਤ ਕਰਨਾ। ਬੇਟਾ, ਇਸ ਕਿਰਿਆ ਨੂੰ ਕਰਨ ਲਈ ਤੁਸੀਂ ਇੱਕ ਸੂਤੀ ਕੱਪੜਾ ਲੈਣਾ ਹੈ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਰਿਆ ਨੰਬਰ 2 ਵਿੱਚ ਦੱਸਿਆ, ਉਸੇ ਤਰ੍ਹਾਂ ਤੁਸੀਂ ਸੂਤੀ ਕੱਪੜੇ ਵਿੱਚੋਂ ਇੱਕ ਧਾਗਾ ਬਾਹਰ ਖਿੱਚ ਲੈਣਾ ਹੈ। ਫਿਰ ਤੁਸੀਂ ਇਸ ਧਾਗੇ ਦੇ ਟੁਕੜੇ ਨੂੰ ਮੇਜ਼ 'ਤੇ ਰੱਖਣਾ ਹੈ ਤੇ ਇਸ ਦੇ ਇੱਕ ਸਿਰੇ ਨੂੰ ਆਪਣੇ ਅੰਗੂਠੇ ਨਾਲ ਦਬਾਉਣਾ ਹੈ। ਹੁਣ ਧਾਗੇ ਦੇ ਦੂਸਰੇ ਸਿਰੇ ਨੂੰ ਇਸ ਦੀ ਲੰਬਾਈ ਦੀ ਦਿਸ਼ਾ ਵਿੱਚ ਤੁਸੀਂ ਆਪਣੇ ਨਹੁੰ ਨਾਲ ਖੁਰਚਣਾ ਹੈ, ਜਿਸ ਤਰ੍ਹਾਂ ਕਿ ਚਿੱਤਰ ਵਿੱਚ ਵੀ ਦੱਸਿਆ ਗਿਆ ਹੈ। ਤੇ ਬੇਟਾ, ਤੁਸੀਂ ਦੇਖੋਗੇ ਕਿ ਜਿਹੜਾ ਧਾਗਾ ਹੈ ਉਹ ਪਤਲੀਆਂ ਲੜੀਆਂ ਵਿੱਚ ਵਿਭਾਜਿਤ ਹੋ ਜਾਂਦਾ ਹੈ। yarn splits up into thin strands। ਜਿਹੜਾ ਧਾਗਾ ਹੈ ਉਹ ਪਤਲੀ ਲੜੀਆਂ ਵਿੱਚ ਵਿਭਾਜਿਤ ਹੋ ਜਾਂਦਾ ਹੈ। ਦੇਖੋ ਬੇਟਾ, ਇਸ ਚਿੱਤਰ ਵਿੱਚ ਵੀ ਜਿਹੜਾ ਧਾਗਾ ਹੈ ਉਹ ਪਤਲੀ ਲੜੀਆਂ ਵਿੱਚ
ਵਿਭਾਜਿਤ ਹੋ ਗਿਆ ਹੈ। ਬੇਟਾ ਤੁਸੀਂ ਕਦੀ ਸੂਈ ਵਿੱਚ ਧਾਗਾ ਪਰੋਇਆ? ਮੈਨੂੰ ਪਤਾ ਹੈ ਲਗਭਗ ਸਾਰੇ ਬੱਚਿਆਂ ਨੇ ਸੂਈ ਵਿੱਚ ਧਾਗਾ ਤੇ ਪਰੋਇਆ ਹੀ ਹੋਵੇਗਾ। ਬੇਟਾ ਜਦੋਂ ਤੁਸੀਂ ਸੂਈ ਵਿੱਚ ਧਾਗਾ ਪਰੋਂਦੇ ਹੋ ਤਾਂ ਕਈ ਵਾਰ ਧਾਗੇ ਦਾ ਉਹ ਸਿਰਾ ਜਿਸ ਨੂੰ ਤੁਸੀਂ ਸੂਈ ਦੇ ਨੱਕੇ ਵਿੱਚੋਂ ਲੰਘਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਵੀ ਪਤਲੀ ਪਤਲੀ ਲੜੀਆਂ ਵਿੱਚ ਟੁੱਟ ਜਾਂਦਾ ਹੈ, ਅਤੇ ਜਿਸ ਕਰਕੇ ਸੂਈ ਦੇ ਨੱਕੇ ਵਿੱਚੋਂ ਧਾਗਾ ਲੰਘਾਉਣਾ ਬਹੁਤ ਔਖਾ ਹੋ ਜਾਂਦਾ ਹੈ, ਤੁਹਾਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਤਾਂ ਇਸ ਕਿਰਿਆ ਤੋਂ ਵੀ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਧਾਗਾ ਪਤਲੀ ਪਤਲੀ ਲੜੀਆਂ ਤੋਂ ਮਿਲ ਕੇ ਬਣਿਆ ਹੈ। ਬੇਟਾ ਧਾਗੇ ਦੀਆਂ ਪਤਲੀਆਂ ਲੜੀਆਂ ਹੋਰ ਪਤਲੀਆਂ ਲੜੀਆਂ ਨਾਲ ਮਿਲ ਕੇ ਬਣੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਰੇਸ਼ੇ ਜਾਂ ਤੰਤੂ ਆਖਦੇ ਹਾਂ। The thin strands of thread that are made up of still thinner strands are called fibers. ਬੇਟਾ ਹੁਣ ਸਾਨੂੰ ਪਤਾ ਚੱਲ ਗਿਆ ਕਿ ਕੱਪੜਾ ਧਾਗਿਆਂ ਤੋਂ ਮਿਲ ਕੇ ਬਣਿਆ ਹੈ ਤੇ ਧਾਗੇ ਰੇਸ਼ਿਆਂ ਤੋਂ ਮਿਲ ਕੇ ਬਣੇ ਹਨ। ਪਰ ਬੇਟਾ ਇਹ ਰੇਸ਼ੇ ਕਿੱਥੋਂ ਆਉਂਦੇ ਹਨ? ਕਦੀ ਤੁਸੀਂ ਸੋਚਿਆ? ਕੁਝ ਕੱਪੜੇ ਜਿਵੇਂ ਸੂਤੀ, ਰੇਸ਼ਮੀ, ਉੱਨੀ ਅਤੇ ਪਟਸਨ ਦੇ ਰੇਸ਼ੇ ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ। ਅਸੀਂ ਇਹਨਾਂ ਨੂੰ ਕੁਦਰਤੀ ਰੇਸ਼ੇ ਆਖਦੇ ਹਾਂ। ਰੂੰ ਅਤੇ ਪਟਸਨ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ਤੇ ਬੇਟਾ ਜਿਹੜੇ ਸਾਡੇ ਉੱਨ ਅਤੇ ਰੇਸ਼ਮ ਹੈ ਉਹ ਸਾਨੂੰ ਜੰਤੂਆਂ ਤੋਂ ਮਿਲਦੀ ਹੈ। ਉੱਨ ਜਿਹੜੀ ਹੈ ਉਹ ਸਾਨੂੰ ਬੱਕਰੀਆਂ, ਭੇਡਾਂ, ਖਰਗੋਸ਼, ਯਾਕ, ਊਠ ਦੇ ਬਾਲਾਂ ਤੋਂ ਮਿਲਦੀ ਹੈ, ਤੇ ਜਿਹੜਾ ਰੇਸ਼ਮ ਹੈ ਉਹ ਸਾਨੂੰ ਰੇਸ਼ਮ ਦੇ ਕੀੜੇ ਤੋਂ ਮਿਲਦਾ ਹੈ। ਰੇਸ਼ਮ ਦੇ ਕੀੜੇ ਦੇ ਕੋਕੂਨ ਤੋਂ ਰੇਸ਼ਮ ਪ੍ਰਾਪਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਤੁਹਾਨੂੰ ਪਤਾ ਚੱਲ ਗਿਆ ਕਿ ਨੇਚਰਲ ਫਾਈਬਰਸ ਕੁਦਰਤੀ ਰੇਸ਼ੇ ਸਾਨੂੰ ਜਿਹੜੇ ਹਨ ਉਹ ਕੁਦਰਤ ਤੋਂ ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ, ਤੇ ਇਹਨਾਂ ਦੀਆਂ ਉਦਾਹਰਨਾਂ ਹਨ ਕਾਟਨ, ਰੂੰ, ਜੂਟ, ਪਟਸਨ, ਵੂਲ, ਉੱਨ, ਸਿਲਕ, ਰੇਸ਼ਮ। ਉਸ ਤੋਂ ਬਾਅਦ ਬੇਟਾ ਸਿੰਥੈਟਿਕ ਫਾਈਬਰ, ਸੰਸ਼ਲਿਸ਼ਟ ਰੇਸ਼ੇ। ਅੱਜ ਤੋਂ ਹਜ਼ਾਰਾਂ ਸਾਲਾਂ ਤੱਕ ਤਾਂ ਕੱਪੜਾ ਬਣਾਉਣ ਲਈ ਸਿਰਫ ਕੁਦਰਤੀ ਰੇਸ਼ਿਆਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ, ਪਰ ਪਿਛਲੇ ਲਗਭਗ 100 ਸਾਲਾਂ ਤੋਂ ਰੇਸ਼ਿਆਂ ਨੂੰ ਰਸਾਇਣਿਕ ਪਦਾਰਥਾਂ ਤੋਂ ਵੀ ਬਣਾਇਆ ਜਾਂਦਾ ਹੈ। ਇਹਨਾਂ ਰੇਸ਼ਿਆਂ ਨੂੰ ਜਿਹੜੇ ਕਿ ਰਸਾਇਣਿਕ ਪਦਾਰਥਾਂ ਤੋਂ ਬਣਦੇ ਹਨ ਉਹਨਾਂ ਨੂੰ ਅਸੀਂ ਸੰਸ਼ਲਿਸ਼ਟ ਰੇਸ਼ੇ ਕਹਿੰਦੇ ਹਾਂ। ਉਦਾਹਰਨ ਦੇ ਤੌਰ ਤੇ ਪੋਲਿਸਟਰ, ਨਾਇਲਨ, ਐਕ੍ਰੈਲਿਕ, ਰੇਯੋਨ ਇਹ ਸਾਰੇ ਸੰਸ਼ਲਿਸ਼ਟ ਰੇਸ਼ੇ ਹਨ। ਇਹ ਸਾਰੇ ਮਨੁੱਖ ਦੁਆਰਾ ਰਸਾਇਣਿਕ ਪਦਾਰਥਾਂ ਤੋਂ ਤਿਆਰ ਕੀਤੇ ਜਾਂਦੇ ਹਨ। ਬੇਟਾ ਕੀ ਤੁਸੀਂ ਕਦੇ ਤੇਲ ਦੇ ਦੀਵਿਆਂ ਲਈ ਬੱਤੀਆਂ ਬਣਾਈਆਂ ਹਨ? ਮੈਨੂੰ ਪਤਾ ਹੈ ਤੁਸੀਂ ਜ਼ਰੂਰ ਬਣਾਈਆਂ ਹੋਣਗੀਆਂ। ਇਹਨਾਂ ਬੱਤੀਆਂ ਨੂੰ ਤੁਸੀਂ ਕਿਸ ਵਸਤੂ ਤੋਂ ਬਣਾਉਂਦੇ ਹੋ? ਹਾਂ, ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ, ਤੁਸੀਂ ਇਹਨਾਂ ਬੱਤੀਆਂ ਨੂੰ ਰੂੰ ਤੋਂ ਬਣਾਉਂਦੇ ਹੋ। ਬੇਟਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਰੂੰ ਦਾ ਉਪਯੋਗ ਹੋਰ ਕਿੱਥੇ ਕਰਦੇ ਹੋ? ਤੁਸੀਂ ਰੂੰ ਦਾ ਉਪਯੋਗ ਗੱਦੇ, ਰਜਾਈਆਂ ਤੇ ਸਿਰਹਾਣੇ ਬਣਾਉਣ ਲਈ ਕਰਦੇ ਹੋ, ਹੈ ਨਾ? ਅਸੀਂ ਆਪਣੇ ਗੱਦਿਆਂ, ਰਜਾਈਆਂ ਤੇ ਸਿਰਹਾਣਿਆਂ ਵਿੱਚ ਰੂੰ ਭਰਨੇ ਹਾਂ। ਹਾਂ, ਹੁਣ ਬੇਟੇ ਤੁਸੀਂ ਨਾ ਕੁਝ ਰੂੰ ਲਵੋ, ਤੁਸੀਂ ਉਸਨੂੰ ਖਿੱਚ ਕੇ ਵੱਖ ਕਰੋ ਤੇ ਇਸ ਦੇ ਕਿਨਾਰਿਆਂ ਨੂੰ ਧਿਆਨ ਨਾਲ ਦੇਖੋ। ਤੁਹਾਨੂੰ ਛੋਟੇ ਛੋਟੇ ਪਤਲੇ ਪਤਲੇ ਰੇਸ਼ੇ ਨਜ਼ਰ ਆਉਣਗੇ। ਬੇਟਾ ਇਹ ਕਿਸ ਚੀਜ਼ ਦੇ ਰੇਸ਼ੇ ਹਨ? ਇਹ ਕਪਾਹ ਦੇ ਰੇਸ਼ੇ ਹਨ। ਤੁਸੀਂ ਕਦੀ ਸੋਚਿਆ ਕਿ ਰੂੰ ਕਿੱਥੋਂ ਆਉਂਦਾ ਹੋਵੇਗਾ? ਮੈਂ ਤੁਹਾਨੂੰ ਹਜੇ ਹੀ ਦੱਸਿਆ ਸੀ ਕਿ ਜਿਹੜਾ ਰੂੰ ਹੈ ਉਹ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦਾ ਹੈ। ਬੇਟਾ ਰੂੰ ਨੂੰ ਖੇਤਾਂ ਵਿੱਚ ਉਗਾਇਆ ਜਾਂਦਾ ਹੈ। ਆਮ ਤੌਰ ਤੇ ਕਪਾਹ ਦੇ ਪੌਦੇ ਉੱਥੇ ਉਗਾਏ ਜਾਂਦੇ ਹਨ ਜਿੱਥੇ ਦੀ ਮਿੱਟੀ ਕਾਲੀ ਅਤੇ ਜਲਵਾਯੂ ਗਰਮ ਹੁੰਦੀ ਹੈ। ਕਪਾਹ ਪੌਦੇ ਦੇ ਫਲ, ਜਿਨ੍ਹਾਂ ਨੂੰ ਅਸੀਂ ਕਪਾਹ ਦੇ ਟਿੰਡੇ ਕਹਿੰਦੇ ਹਾਂ, ਲਗਭਗ ਨਿੰਬੂ ਦੇ ਮਾਪ ਦੇ ਹੁੰਦੇ ਹਨ। ਪੂਰੇ ਪੱਕ ਜਾਣ ਤੇ ਇਹ ਬੀਜ ਟੁੱਟ ਕੇ ਖੁੱਲ੍ਹ ਜਾਂਦੇ ਹਨ ਅਤੇ ਕਪਾਹ ਦੇ ਰੇਸ਼ਿਆਂ ਨਾਲ ਢਕੇ ਹੋਏ ਵੜੇਵੇਂ ਕਪਾਹ ਦੇ ਬੀਜ ਵੇਖਣ ਵਿੱਚ ਬਹੁਤ ਸੋਹਣੇ ਲੱਗਦੇ ਹਨ। ਤੁਸੀਂ ਦੇਖ ਸਕਦੇ ਹੋ ਚਿੱਤਰ ਵਿੱਚ ਮੈਂ ਤੁਹਾਨੂੰ ਕਪਾਹ ਦਾ ਖੇਤ ਦੱਸਿਆ। ਕਪਾਹ ਦੇ ਖੇਤ ਵਿੱਚ ਇਹ ਕਪਾਹ ਤੁਸੀਂ ਦੇਖ ਸਕਦੇ ਹੋ। ਬੇਟੇ ਇਹ ਖੇਤ ਵਿੱਚ ਜਦੋਂ ਕਪਾਹ ਉੱਗੀ ਹੁੰਦੀ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਪੂਰਾ ਖੇਤ ਬਰਫ਼ ਨਾਲ ਢੱਕਿਆ ਹੋਇਆ ਹੈ, ਪਰ ਅਸਲ ਵਿੱਚ ਇਹ ਬਰਫ਼ ਨਹੀਂ ਹੁੰਦੀ, ਇਹ ਸਾਡੀ ਕਪਾਹ ਹੁੰਦੀ ਹੈ। ਆਮ ਤੌਰ ਤੇ ਇਹਨਾਂ ਟਿੰਡਿਆਂ ਤੋਂ ਰੂੰ ਹੱਥ ਨਾਲ ਹੀ ਚੁਗ ਲਈ ਜਾਂਦੀ ਹੈ।
ਇਸ ਤੋਂ ਬਾਅਦ ਰੂੰ ਵਿੱਚੋਂ ਬੀਜਾਂ ਨੂੰ ਵੇਲਣੇ ਦੁਆਰਾ ਵੱਖ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਕਪਾਹ ਵੇਲਣਾ ਆਖਦੇ ਹਨ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਇੱਥੇ ਕਪਾਹ ਵੇਲਦੀ ਹੋਈ ਦਿਖਾਈ ਗਈ ਹੈ। ਬੇਟਾ ਅਗਲਾ ਰੇਸ਼ਾ ਹੈ ਪਟਸਨ ਜੂਟ। ਪਟਸਨ ਦੇ ਰੇਸ਼ੇ ਨੂੰ ਪਟਸਨ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਭਾਰਤ ਵਿੱਚ ਇਸ ਦੀ ਖੇਤੀ ਵਰਖਾ ਰੁੱਤ ਵਿੱਚ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਿੱਚ ਪਟਸਨ ਪ੍ਰਮੁੱਖ ਤੌਰ 'ਤੇ ਪੱਛਮੀ ਬੰਗਾਲ, ਬਿਹਾਰ ਅਤੇ ਅਸਾਮ ਵਿੱਚ ਉਗਾਈ ਜਾਂਦੀ ਹੈ। ਆਮ ਤੌਰ 'ਤੇ ਪਟਸਨ ਪੌਦੇ ਨੂੰ ਫੁੱਲਾਂ ਦੀ ਅਵਸਥਾ ਵਿੱਚ ਫਲਾਵਰਿੰਗ ਸਟੇਜ ਵਿੱਚ ਹੀ ਕੱਟਿਆ ਜਾਂਦਾ ਹੈ। ਕੱਟੇ ਗਏ ਪੌਦਿਆਂ ਦੇ ਤਣਿਆਂ ਨੂੰ ਕੁਝ ਦਿਨ ਪਾਣੀ ਵਿੱਚ ਰੱਖਿਆ ਜਾਂਦਾ ਹੈ ਅਤੇ ਤਣੇ ਗਲ ਸੜ ਜਾਣ ਤੋਂ ਬਾਅਦ ਰੇਸ਼ਿਆਂ ਨੂੰ ਹੱਥਾਂ ਨਾਲ ਵੱਖ ਕਰ ਲਿਆ ਜਾਂਦਾ ਹੈ ਅਤੇ ਕੱਪੜਾ ਬਣਾਉਣ ਲਈ ਇਹਨਾਂ ਸਾਰੇ ਰੇਸ਼ਿਆਂ ਨੂੰ ਪਹਿਲਾਂ ਧਾਗੇ ਵਿੱਚ ਬਦਲਿਆ ਜਾਂਦਾ ਹੈ, ਫਿਰ ਉਹਨਾਂ ਧਾਗਿਆਂ ਤੋਂ ਕੱਪੜਾ ਬਣਾਇਆ ਜਾਂਦਾ ਹੈ। ਤੁਸੀਂ ਚਿੱਤਰ ਵਿੱਚ ਪਟਸਨ ਦੇ ਖੇਤ ਦੇਖ ਸਕਦੇ ਹੋ ਅਤੇ ਪਟਸਨ ਦੇ ਰੇਸ਼ੇ ਵੀ ਇੱਥੇ ਦਰਸਾਏ ਗਏ ਹਨ। ਬੇਟਾ ਹੁਣ ਮੈਂ ਤੁਹਾਨੂੰ ਕ੍ਰਿਆ ਨੰਬਰ 4 ਸਿਖਾਵਾਂਗੀ। ਇਸ ਵਿੱਚ ਅਸੀਂ ਰੂੰ ਤੋਂ ਧਾਗਾ ਬਣਾਉਣਾ ਸਿੱਖਣਾ ਹੈ। ਕ੍ਰਿਆ ਦਾ ਨਾਮ ਹੈ ਮੇਕਿੰਗ ਯਾਰਨ ਫਰੋਮ ਕਾਟਨ, ਰੂੰ ਤੋਂ ਧਾਗਾ ਬਣਾਉਣਾ, ਅਤੇ ਇਹ ਕ੍ਰਿਆ ਮੈਂ ਤੁਹਾਨੂੰ ਆਪ ਕਰਕੇ ਦਿਖਾਵਾਂਗੀ, ਤੁਸੀਂ ਧਿਆਨ ਨਾਲ ਦੇਖਣਾ ਹੈ। ਬੇਟਾ ਚਲੋ ਅਸੀਂ ਆਪਣੀ ਕ੍ਰਿਆ ਸ਼ੁਰੂ ਕਰਦੇ ਹਾਂ। ਸਾਨੂੰ ਆਪਣੀ ਕ੍ਰਿਆ ਕਰਨ ਲਈ ਚਾਹੀਦਾ ਹੈ ਰੂੰ। ਅਸੀਂ ਰੂੰ ਦੇ ਇੱਕ ਛੋਟੇ ਜਿਹੇ ਫੰਬੇ ਨੂੰ ਆਪਣੇ ਇੱਕ ਹੱਥ ਵਿੱਚ ਫੜਨਾ ਹੈ ਅਤੇ ਦੂਜੇ ਹੱਥ ਦੇ ਅੰਗੂਠੇ ਅਤੇ ਵਿਚਕਾਰਲੀ ਉਂਗਲੀ ਦੀ ਮਦਦ ਨਾਲ ਅਸੀਂ ਰੂੰ ਦੀ ਚੁਟਕੀ ਭਰਨੀ ਹੈ ਅਤੇ ਇਸ ਰੂੰ ਨੂੰ ਹੌਲੇ ਹੌਲੇ ਬਾਹਰ ਵੱਲ ਖਿੱਚਦੇ ਹੋਏ ਵੱਟਦੇ ਜਾਣਾ ਹੈ। ਬੇਟੇ ਇਸ ਰੂੰ ਨੂੰ ਹੌਲੇ ਹੌਲੇ ਬਾਹਰ ਵੱਲ ਖਿੱਚਦੇ ਜਾਓ ਅਤੇ ਵੱਟਦੇ ਜਾਓ। ਦੇਖੋ ਤੁਸੀਂ ਕੀ ਦੇਖ ਰਹੇ ਹੋ, ਜਿਹੜੇ ਰੂੰ ਦੇ ਰੇਸ਼ੇ ਹੈ ਉਹ ਧਾਗੇ ਵਿੱਚ ਬਦਲ ਰਹੇ ਹਨ। ਇਸ ਵਿਧੀ ਨੂੰ ਕਤਾਈ ਕਹਿੰਦੇ ਹਨ। ਬੇਟਾ ਕਤਾਈ ਵਿੱਚ ਰੇਸ਼ਿਆਂ ਤੋਂ ਧਾਗਾ ਤਿਆਰ ਕੀਤਾ ਜਾਂਦਾ ਹੈ। ਬੇਟਾ ਰੇਸ਼ਿਆਂ ਨੂੰ ਹੌਲੇ ਹੌਲੇ ਖਿੱਚਦੇ ਹੋਏ ਵੱਟਿਆ ਜਾਂਦਾ ਹੈ ਤਾਂ ਇਸ ਤੋਂ ਧਾਗਾ ਤਿਆਰ ਹੋ ਜਾਂਦਾ ਹੈ। ਇਸ ਵਿਧੀ ਨੂੰ ਕਤਾਈ ਜਾਂ ਫਿਰ ਸਪਿਨਿੰਗ ਕਹਿੰਦੇ ਹਨ ਅਤੇ ਕਤਾਈ ਲਈ ਸਰਲ ਹੱਥ ਤਕਲੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਤਕਲੀ ਕਿਹਾ ਜਾਂਦਾ ਹੈ। ਬੇਟਾ ਹੱਥ ਤੋਂ ਕਤਾਈ ਕਰਨ ਲਈ ਤਕਲੀ ਤੋਂ ਇਲਾਵਾ ਚਰਖੇ ਦਾ ਉਪਯੋਗ ਵੀ ਕੀਤਾ ਜਾਂਦਾ ਹੈ। ਹੱਥ ਨਾਲ ਪ੍ਰਚਲਿਤ ਕਤਾਈ ਵਿੱਚ ਉਪਯੋਗ ਹੋਣ ਵਾਲੀ ਇੱਕ ਹੋਰ ਮਸ਼ੀਨ ਚਰਖਾ ਵੀ ਹੈ, ਜਿਸ ਨੂੰ ਤੁਸੀਂ ਦੇਖ ਸਕਦੇ ਹੋ ਅਤੇ ਚਰਖੇ ਦੇ ਉਪਯੋਗ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਸੁਤੰਤਰਤਾ ਅੰਦੋਲਨ ਦੇ ਇੱਕ ਪੱਖ ਦੇ ਰੂਪ ਵਿੱਚ ਪ੍ਰਸਿੱਧੀ ਪ੍ਰਦਾਨ ਕੀਤੀ ਸੀ। ਉਹਨਾਂ ਨੇ ਲੋਕਾਂ ਨੂੰ ਹੱਥ ਦੇ ਕੱਤੇ ਧਾਗਿਆਂ ਤੋਂ ਬਣੇ ਕੱਪੜੇ ਪਹਿਨਣ ਲਈ ਉਤਸ਼ਾਹਿਤ ਕੀਤਾ ਸੀ ਅਤੇ ਹੱਥ ਦਾ ਜਿਹੜਾ ਧਾਗਾ ਕੱਤਦੇ ਸੀ ਉਹ ਚਰਖਾ ਦੀ ਮਦਦ ਨਾਲ ਕੱਤਦੇ ਸੀ। ਜੇਕਰ ਵੱਡੇ ਪੱਧਰ 'ਤੇ ਧਾਗਿਆਂ ਦੀ ਕਤਾਈ ਕੀਤੀ ਜਾਵੇ ਤਾਂ ਅੱਜ ਕੱਲ੍ਹ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੱਲ੍ਹ ਇਸ ਕੰਮ ਲਈ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ ਅਤੇ ਕਤਾਈ ਪਿੱਛੋਂ ਧਾਗੇ ਦਾ ਉਪਯੋਗ ਕੱਪੜੇ ਬਣਾਉਣ ਵਿੱਚ ਕੀਤਾ ਜਾਂਦਾ ਹੈ। ਬੇਟਾ ਤੁਸੀਂ ਧਾਗਾ ਤਾਂ ਬਣਾਉਣਾ ਸਿੱਖ ਲਿਆ, ਹੁਣ ਇਸ ਧਾਗੇ ਤੋਂ ਕੱਪੜਾ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਤੁਸੀਂ ਇਹ ਸਿੱਖਣਾ ਹੈ। ਮੈਂ ਤੁਹਾਨੂੰ ਕਾਗਜ਼ ਦੀ ਮਦਦ ਨਾਲ ਕੱਪੜੇ ਦੀ ਬੁਣਾਈ ਸਮਝਾਵਾਂਗੀ। ਇਸ ਕਿਰਿਆ ਲਈ ਸਾਨੂੰ ਚਾਹੀਦਾ ਹੈ ਇੱਕ ਸਕੇਲ, ਕੈਂਚੀ, ਪੈਨ ਜਾਂ ਪੈਨਸਿਲ, ਕਾਗਜ਼ ਦੀਆਂ ਰੰਗ ਬਿਰੰਗੀਆਂ ਸਮਾਨ ਆਕਾਰ ਦੀਆਂ ਕੁਝ ਸ਼ੀਟਾਂ। ਬੇਟਾ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਸ਼ੀਟਸ ਦੇ ਪਿੱਛੇ ਕੁਝ ਇਸ ਤਰ੍ਹਾਂ ਦਾ ਪੈਟਰਨ ਬਣਾ ਲੈਣਾ ਹੈ। ਇੱਕ ਸ਼ੀਟ ਦੇ ਪਿੱਛੇ ਇਸ ਤਰ੍ਹਾਂ ਦਾ ਅਤੇ ਦੂਜੀ ਸ਼ੀਟ ਦੇ ਪਿੱਛੇ ਤੁਸੀਂ ਸਮਾਨਾਂਤਰ ਰੇਖਾਵਾਂ ਖਿੱਚ ਲੈਣੀਆਂ ਹਨ। ਹੁਣ ਤੁਸੀਂ ਕੈਂਚੀ ਦੀ ਮਦਦ ਨਾਲ ਇਹਨਾਂ ਰੇਖਾਵਾਂ ਦੀ ਦਿਸ਼ਾ ਵਿੱਚ ਇਸ ਸ਼ੀਟ ਦੀਆਂ ਕੁਝ ਪੱਟੀਆਂ ਕੱਟ ਲੈਣੀਆਂ ਹਨ। ਬੇਟਾ ਤੁਸੀਂ 2 ਰੰਗ ਦੀਆਂ ਸ਼ੀਟਸ ਵੀ ਲੈ ਸਕਦੇ ਹੋ ਵੱਖ-ਵੱਖ ਰੰਗਾਂ ਦੀਆਂ ਪੱਟੀਆਂ ਕੱਟਣ ਵਾਸਤੇ ਅਤੇ ਇਸ ਵਾਲੀ ਸ਼ੀਟ ਨੂੰ ਕੁਝ ਇਸ ਤਰ੍ਹਾਂ ਮੋੜਨਾ ਹੈ ਅਤੇ ਜਿੱਥੇ ਜਿੱਥੇ ਰੇਖਾਵਾਂ ਬਣਾਈਆਂ ਹਨ ਉੱਥੇ ਤੁਸੀਂ ਕੈਂਚੀ ਨਾਲ ਕਟਾਂ ਬਣਾਉਣੇ ਹਨ।
ਬੇਟਾ ਤੁਸੀਂ ਦੇਖ ਸਕਦੇ ਹੋ ਮੈਂ ਕਾਗਜ਼ ਵਿੱਚ ਕਟਾਂ ਕੱਟ ਲਏ ਹਨ ਕੈਂਚੀ ਦੀ ਸਹਾਇਤਾ ਨਾਲ ਤੇ ਇਹ ਸ਼ੀਟ ਕੁਝ ਇਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ। ਹੁਣ ਅਸੀਂ ਇਸ ਸ਼ੀਟ ਵਿੱਚ ਪੱਟੀਆਂ ਦੀ ਸਹਾਇਤਾ ਨਾਲ ਕੱਪੜੇ ਦੀ ਬੁਣਾਈ ਕਰਨਾ ਸਿੱਖਾਂਗੇ। ਮੈਂ ਦੋ ਰੰਗ ਦੀਆਂ ਪੱਟੀਆਂ ਲਈਆਂ ਹਨ, ਪੀਲੀਆਂ ਤੇ ਲਾਲ। ਹੁਣ ਦੇਖੋ ਬੇਟਾ, ਇਹਨਾਂ ਕਟਾਵਾਂ ਵਿੱਚੋਂ ਇੱਕ ਕਟਾਂ ਨੂੰ ਛੱਡ ਕੇ ਇੱਕ ਕਟਾਂ ਵਿੱਚੋਂ ਅਸੀਂ ਪੀਲੀ ਪੱਟੀ ਨੂੰ ਲੰਘਾਉਣਾ ਹੈ। ਤੁਸੀਂ ਦੇਖ ਸਕਦੇ ਹੋ ਧਿਆਨ ਨਾਲ, ਮੈਂ ਦੇਖੋ ਕਿਸ ਤਰ੍ਹਾਂ ਇਹ ਕਿਰਿਆ ਕਰ ਰਹੀ ਹਾਂ। ਤੁਸੀਂ ਬਿਲਕੁਲ ਇਸ ਤਰ੍ਹਾਂ ਹੀ ਪੱਟੀਆਂ ਵਿੱਚੋਂ ਇਹ ਜਿਹੜੇ ਕਟਾਵਾਂ ਵਿੱਚੋਂ ਪੱਟੀਆਂ ਲੰਘਾਉਣੀਆਂ ਹਨ। ਇੱਕ ਛੱਡ ਕੇ ਇੱਕ ਕਟਾਂ ਵਿੱਚੋਂ ਜਿਹੜੀ ਪੱਟੀ ਹੈ ਉਹ ਮੈਂ ਲੰਘਾਈ ਹੈ ਤੇ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਪੈਟਰਨ ਨਜ਼ਰ ਆ ਰਿਹਾ ਹੈ। ਹੁਣ ਤੁਸੀਂ ਦੇਖ ਰਹੇ ਹੋ ਕੁਝ ਹਰੀਆਂ ਤੁਹਾਨੂੰ ਪੱਟੀਆਂ ਨਜ਼ਰ ਆ ਰਹੀਆਂ ਹਨ ਤੇ ਕੁਝ ਜਗ੍ਹਾ ਤੇ ਤੁਹਾਨੂੰ ਪੀਲੇ ਰੰਗ ਦਾ ਡਿਜ਼ਾਈਨ ਨਜ਼ਰ ਆ ਰਿਹਾ ਹੈ। ਹੁਣ ਜਿਨ੍ਹਾਂ ਪੱਟੀਆਂ ਵਿੱਚੋਂ ਅਸੀਂ ਪੀਲੇ ਰੰਗ ਦੀ ਪੱਟੀਆਂ ਨੂੰ ਨਹੀਂ ਲੰਘਾਇਆ, ਅਸੀਂ ਉਹਨਾਂ ਵਿੱਚੋਂ ਲਾਲ ਰੰਗ ਦੀ ਪੱਟੀਆਂ ਨੂੰ ਲੰਘਾਵਾਂਗੇ। ਦੇਖੋ ਬੇਟਾ, ਧਿਆਨ ਨਾਲ ਤੁਸੀਂ ਦੇਖਣਾ ਹੈ। ਹੁਣ ਜਿਨ੍ਹਾਂ ਹਰੀਆਂ ਪੱਟੀਆਂ ਵਿੱਚੋਂ ਅਸੀਂ ਪੀਲੀ ਪੱਟੀ ਨੂੰ ਨਹੀਂ ਲੰਘਾਇਆ ਸੀ, ਉਹਨਾਂ ਵਿੱਚੋਂ ਅਸੀਂ ਲਾਲ ਰੰਗ ਦੀ ਪੱਟੀ ਨੂੰ ਲੰਘਾਵਾਂਗੇ। ਤੁਸੀਂ ਧਿਆਨ ਨਾਲ ਦੇਖੋ ਕਿ ਮੈਂ ਕਿਸ ਤਰ੍ਹਾਂ ਕਰ ਰਹੀ ਹਾਂ। ਇਹ ਲਾਲ ਰੰਗ ਦੀ ਪੱਟੀ ਅਸੀਂ ਉਹਨਾਂ ਹਰੀਆਂ ਪੱਟੀਆਂ ਵਿੱਚੋਂ ਲੰਘਾਉਣੀਆਂ ਹਨ ਜਿਨ੍ਹਾਂ ਵਿੱਚੋਂ ਅਸੀਂ ਪੀਲੀਆਂ ਪੱਟੀਆਂ ਨਹੀਂ ਲੰਘਾਈਆਂ ਸਨ। ਤੁਸੀਂ ਦੇਖ ਸਕਦੇ ਹੋ ਮੈਂ ਕਿਸ ਤਰ੍ਹਾਂ ਇਹ ਕਿਰਿਆ ਕਰ ਰਹੀ ਹਾਂ। ਬੜੇ ਆਰਾਮ ਨਾਲ ਇਹ ਤੁਸੀਂ ਕਿਰਿਆ ਕਰਨੀ ਹੈ ਤੇ ਬਹੁਤ ਹੀ ਮਨੋਰੰਜਕ ਕਿਰਿਆ ਹੈ ਤੇ ਨਾਲ ਤੁਹਾਨੂੰ ਇਸ ਕਿਰਿਆ ਤੋਂ ਇਹ ਪਤਾ ਚੱਲ ਰਿਹਾ ਹੈ ਕਿ ਧਾਗੇ ਤੋਂ ਕੱਪੜਾ ਕਿਸ ਤਰ੍ਹਾਂ ਬਣਦਾ ਹੈ। ਅਸੀਂ ਧਾਗੇ ਦੀ ਥਾਂ ਤੇ ਪਤਲੀਆਂ ਪਤਲੀਆਂ ਪੱਟੀਆਂ ਕਾਗਜ਼ ਦੀਆਂ ਵਰਤ ਰਹੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਮੈਂ ਲਾਲ ਰੰਗ ਦੀ ਪੱਟੀ ਨੂੰ ਵੀ ਇਸ ਪੈਟਰਨ ਵਿੱਚ ਲਗਾ ਦਿੱਤਾ ਹੈ ਤੇ ਇਹ ਬੜਾ ਹੀ ਸੋਹਣਾ ਪੈਟਰਨ ਜਿਹੜਾ ਹੈ ਤੁਹਾਨੂੰ ਨਜ਼ਰ ਆ ਰਿਹਾ ਹੈ। ਤੁਸੀਂ ਇਸ ਤਰ੍ਹਾਂ ਪੀਲੀਆਂ ਤੇ ਲਾਲ ਸਾਰੀ ਪੱਟੀਆਂ ਦੀ ਵਰਤੋਂ ਕਰਦੇ ਹੋਏ ਇਸ ਪੈਟਰਨ ਨੂੰ ਪੂਰਾ ਕੰਪਲੀਟ ਕਰ ਲੈਣਾ ਹੈ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਹਨਾਂ ਰੰਗ ਬਿਰੰਗੀਆਂ ਪੱਟੀਆਂ ਦੀ ਸਹਾਇਤਾ ਨਾਲ ਕਿਸ ਤਰ੍ਹਾਂ ਇਹ ਪੈਟਰਨ ਤਿਆਰ ਕੀਤਾ ਹੈ। ਠੀਕ ਇਸੇ ਤਰ੍ਹਾਂ ਹੀ ਧਾਗੇ ਦੀ ਸਹਾਇਤਾ ਨਾਲ ਸੋਹਣੇ ਸੋਹਣੇ ਕੱਪੜਿਆਂ ਨੂੰ, ਰੰਗ ਬਿਰੰਗੇ ਕੱਪੜਿਆਂ ਨੂੰ ਬੁਣਿਆ ਜਾਂਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਿਰਿਆ ਸਮਝ ਆਈ ਹੋਵੇਗੀ। ਬੇਟਾ, ਜਿਸ ਤਰ੍ਹਾਂ ਕਿ ਕਿਰਿਆ ਵਿੱਚ ਮੈਂ ਤੁਹਾਨੂੰ ਕਾਗਜ਼ ਦੀ ਪੱਟੀਆਂ ਦੀ ਸਹਾਇਤਾ ਨਾਲ ਬੁਣਾਈ ਬਾਰੇ ਸਮਝਾਇਆ ਕਿ ਕਿਸ ਤਰ੍ਹਾਂ ਕੱਪੜੇ ਦੀ ਬੁਣਾਈ ਕੀਤੀ ਜਾਂਦੀ ਹੈ ਤੇ ਬੇਟਾ ਅਸਲ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਧਾਗੇ ਨਾਲ ਕੱਪੜੇ ਦੀ ਬੁਣਾਈ ਕੀਤੀ ਜਾਂਦੀ ਹੈ ਤੇ ਜਿਹੜੇ ਧਾਗੇ ਹਨ ਉਹ ਬਹੁਤ ਪਤਲੇ ਹੁੰਦੇ ਹਨ। ਕੱਪੜਿਆਂ ਦੀ ਬੁਣਾਈ ਖੱਡੀਆਂ 'ਤੇ ਕੀਤੀ ਜਾਂਦੀ ਹੈ ਤਾਂ ਇਹ ਖੱਡੀਆਂ ਜਿਹੜੀਆਂ ਹਨ ਇਹ ਹੱਥ ਨਾਲ ਵੀ ਚੱਲਦੀਆਂ ਹਨ ਤੇ ਮਸ਼ੀਨਾਂ ਨਾਲ ਵੀ ਚੱਲਦੀਆਂ ਹਨ। ਤੁਹਾਨੂੰ ਚਿੱਤਰ ਵਿੱਚ ਹੱਥ ਖੱਡੀ ਦੀ ਫੋਟੋ ਮੈਂ ਦਿਖਾਈ ਹੈ। ਦੇਖੋ ਬੇਟਾ, ਤੇ ਹੱਥ ਖੱਡੀ ਨੂੰ ਅਸੀਂ ਹੈਂਡਲੂਮ ਵੀ ਕਹਿੰਦੇ ਹਾਂ। ਤੇ ਬੁਣਾਈ ਹੁੰਦਾ ਕੀ ਹੈ, ਇੱਕ ਵਾਰ ਇਹਦੀ ਪਰਿਭਾਸ਼ਾ ਨੂੰ ਅਸੀਂ ਰਿਵਾਈਜ਼ ਕਰਾਂਗੇ। ਕੱਪੜਾ ਧਾਗੇ ਦੇ ਦੋ ਸੈੱਟਾਂ ਨੂੰ ਇਕੱਠਿਆਂ ਮਿਲਾਉਣ 'ਤੇ ਬਣਦਾ ਹੈ। ਕੱਪੜਾ ਬਣਾਉਣ ਦੀ ਇਸ ਵਿਧੀ ਨੂੰ ਬੁਣਾਈ ਆਖਦੇ ਹਨ। The process of arranging two sets of yarns together to make a fabric is called weaving. ਬੇਟਾ, ਹੁਣ ਅਸੀਂ ਪੜਾਂਗੇ ਉਨਾਈ ਨਿਟਿੰਗ ਬਾਰੇ। ਬੇਟਾ, ਤੁਸੀਂ ਕਦੀ ਧਿਆਨ ਨਾਲ ਵੇਖਿਆ ਹੈ ਕਿ ਸਵੈਟਰ ਕਿਸ ਤਰ੍ਹਾਂ ਬੁਣਿਆ ਜਾਂਦਾ ਹੈ? ਬੇਟਾ, ਉਨਾਈ ਵਿੱਚ ਇੱਕ ਹੀ ਧਾਗੇ ਦਾ ਉਪਯੋਗ ਕੱਪੜੇ ਦੇ ਇੱਕ ਟੁਕੜੇ ਨੂੰ ਬਣਾਉਣ ਲਈ ਕੀਤਾ ਜਾਂਦਾ ਹੈ। ਜੇਕਰ ਕਦੀ ਤੁਸੀਂ ਸਵੈਟਰ ਦਾ ਇੱਕ ਧਾਗਾ ਖਿੱਚੋ ਜਾਂ ਤੁਹਾਡੇ ਕੋਲੋਂ ਖਿੱਚਿਆ ਜਾਵੇ ਤਾਂ ਉਹ ਪੂਰਾ ਧਾਗਾ ਖਿੱਚਿਆ ਜਾਂਦਾ ਹੈ ਤੇ ਸਵੈਟਰ ਉੱਧੜ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਜੁਰਾਬ ਇੱਕ ਧਾਗਾ ਉਹਦਾ ਤੁਸੀਂ ਖਿੱਚ ਲਓ ਤਾਂ ਉਹ ਪੂਰੀ ਜੁਰਾਬ ਹੀ ਉੱਧੜ ਜਾਂਦੀ ਹੈ ਤੇ ਉਹ ਧਾਗਾ ਖਿੱਚਿਆ ਹੀ ਜਾਂਦਾ ਹੈ। ਇਸ ਤਰ੍ਹਾਂ ਦੀ ਬਹੁਤ ਸਾਰੀਆਂ ਵਸਤਾਂ ਉਨਾਈ ਦੁਆਰਾ ਬਣੇ ਕੱਪੜੇ ਤੋਂ ਬਣਦੀਆਂ ਹਨ। ਉਨਾਈ ਹੱਥਾਂ ਦੁਆਰਾ ਅਤੇ ਮਸ਼ੀਨਾਂ ਦੁਆਰਾ ਵੀ ਕੀਤੀ ਜਾਂਦੀ ਹੈ। ਬੇਟਾ, ਬੁਣਾਈ ਅਤੇ ਉਨਾਈ ਦਾ ਉਪਯੋਗ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਨੂੰ ਬਣਾਉਣ ਵਿੱਚ ਕੀਤਾ ਜਾਂਦਾ ਹੈ। ਬੇਟਾ, ਹੁਣ ਅਸੀਂ ਪੜਾਂਗੇ ਕੱਪੜਾ ਸਮੱਗਰੀ ਦਾ ਇਤਿਹਾਸ, ਹਿਸਟਰੀ ਆਫ ਕਲੋਥਿੰਗ ਮਟੀਰੀਅਲ। ਬੇਟਾ, ਕੀ ਤੁਸੀਂ ਕਦੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾ ਮਨੁੱਖ ਕੀ ਪਾਉਂਦਾ ਸੀ? ਤੁਸੀਂ ਸੁਣਿਆ ਹੋਣਾ ਕਿ ਆਦਿ ਮਾਨਵ ਕੋਲ ਕੱਪੜੇ ਨਹੀਂ ਸਨ ਹੁੰਦੇ।
ਉਹ ਆਪਣੇ ਸਰੀਰ ਨੂੰ ਗਰਮੀ ਅਤੇ ਠੰਡ ਤੋਂ ਬਚਾਉਣ ਲਈ ਰੁੱਖਾਂ ਦੀ ਛਿੱਲੜ, ਵੱਡੇ ਵੱਡੇ ਪੱਤਿਆਂ ਜਾਂ ਜਾਨਵਰਾਂ ਦੀ ਚਮੜੀ ਜਾਂ ਜੱਤ ਆਦਿ ਦਾ ਉਪਯੋਗ ਕਰਦਾ ਸੀ। ਤੁਸੀਂ ਚਿੱਤਰ ਵਿੱਚ ਵੀ ਦੇਖ ਸਕਦੇ ਹੋ। ਫਿਰ ਖੇਤੀ ਸਮਾਜ ਵਿੱਚ ਵਸਣ ਤੋਂ ਬਾਅਦ ਲੋਕਾਂ ਨੇ ਪਤਲੀਆਂ ਪਤਲੀਆਂ ਟਾਹਣੀਆਂ ਅਤੇ ਘਾਹ ਨੂੰ ਬੁੰਨ ਕੇ ਚਟਾਈਆਂ ਅਤੇ ਟੋਕਰੀਆਂ ਬਣਾਉਣਾ ਸਿੱਖਿਆ। ਫਿਰ ਵੇਲਾਂ ਅਤੇ ਜੀਵਾਂ ਦੇ ਵਾਲਾਂ ਜਾਂ ਉੱਨ ਨੂੰ ਆਪਸ ਵਿੱਚ ਵੱਟ ਕੇ ਲੰਬੀਆਂ ਲੜੀਆਂ ਬਣਾਈਆਂ ਅਤੇ ਉਸ ਨੂੰ ਬੁੰਨ ਕੇ ਕੱਪੜਾ ਤਿਆਰ ਕੀਤਾ। ਸ਼ੁਰੂ ਵਿੱਚ ਭਾਰਤ ਵਾਸੀ ਰੂੰ ਤੋਂ ਬਣੇ ਕੱਪੜੇ ਹੀ ਪਾਉਂਦੇ ਸੀ, ਜੋ ਗੰਗਾ ਨਦੀ ਦੇ ਆਸ-ਪਾਸ ਦੇ ਖੇਤਰਾਂ ਵਿੱਚ ਉਗਾਇਆ ਜਾਂਦਾ ਸੀ। ਸਣ ਵੀ ਇੱਕ ਪੌਦਾ ਹੈ ਜਿਸ ਤੋਂ ਕੁਦਰਤੀ ਰੇਸ਼ਾ ਪ੍ਰਾਪਤ ਹੁੰਦਾ ਹੈ। ਪ੍ਰਾਚੀਨ ਮਿਸਰ ਵਿੱਚ ਕੱਪੜੇ ਬਣਾਉਣ ਲਈ ਰੂੰ ਅਤੇ ਸਣ ਦੀ ਖੇਤੀ ਨੀਲ ਨਦੀ ਦੇ ਨੇੜੇ ਦੇ ਖੇਤਰਾਂ ਵਿੱਚ ਕੀਤੀ ਜਾਂਦੀ ਸੀ। ਉਹਨਾਂ ਦਿਨਾਂ ਵਿੱਚ ਲੋਕਾਂ ਨੂੰ ਕੱਪੜੇ ਸਿਉਂ ਕੇ ਪਾਉਣ ਦਾ ਪਤਾ ਹੀ ਨਹੀਂ ਸੀ। ਲੋਕ ਆਮ ਤੌਰ 'ਤੇ ਕੱਪੜੇ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਉੱਤੇ ਉਸੇ ਤਰ੍ਹਾਂ ਹੀ ਲਪੇਟ ਲੈਂਦੇ ਸੀ। ਕੱਪੜੇ ਲਪੇਟਣ ਲਈ ਵੀ ਕਈ ਢੰਗ ਵਰਤੇ ਜਾਂਦੇ ਸੀ। ਕੱਪੜੇ ਸਿਉਣ ਵਾਲੀ ਸੂਈ ਦੀ ਕਾਢ ਹੋਣ ਨਾਲ ਲੋਕਾਂ ਨੇ ਕੱਪੜਿਆਂ ਨੂੰ ਸਿਉਂ ਕੇ ਪਹਿਨਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਸੀਤੇ ਕੱਪੜਿਆਂ ਵਿੱਚ ਬਹੁਤ ਸਾਰੀਆਂ ਵਿਭਿੰਨਤਾਵਾਂ ਆ ਗਈਆਂ ਹਨ। ਤੁਸੀਂ ਹੈਰਾਨ ਨਾ ਹੋਵੋ, ਤੁਸੀਂ ਸਾੜੀਆਂ, ਧੋਤੀਆਂ, ਲੁੰਗੀਆਂ ਅਤੇ ਪੱਗਾਂ ਦੀ ਬਿਨਾਂ ਸੀਤੇ ਹੀ ਕੱਪੜੇ ਦੇ ਰੂਪ ਵਿੱਚ ਵਰਤੋਂ ਕਰਦੇ ਹੋ ਅਤੇ ਇਹਨਾਂ ਸਾਰਿਆਂ ਨੂੰ ਪਾਉਣ ਦੇ, ਬੰਨ੍ਹਣ ਦੇ ਵੀ ਵੱਖ-ਵੱਖ ਤਰ੍ਹਾਂ ਦੇ ਢੰਗ ਹਨ। ਬੇਟਾ, ਤੁਸੀਂ ਪੜ੍ਹਿਆ ਕਿ ਜਿਸ ਤਰ੍ਹਾਂ ਭੋਜਨ ਵਿੱਚ ਭਿੰਨਤਾ ਪਾਈ ਜਾਂਦੀ ਹੈ ਸਾਡੇ ਦੇਸ਼ ਵਿੱਚ, ਉਸੇ ਤਰ੍ਹਾਂ ਸਾਡੇ ਦੇਸ਼ ਵਿੱਚ ਕੱਪੜਿਆਂ ਵਿੱਚ ਵੀ ਕਾਫੀ ਭਿੰਨਤਾ ਪਾਈ ਜਾਂਦੀ ਹੈ। ਹੁਣ ਸਾਡਾ ਇਹ ਅਧਿਆਇ ਤਾਂ ਸਮਾਪਤ ਹੁੰਦਾ ਹੈ, ਪਰ ਅਸੀਂ ਦੁਹਰਾਈ ਕਰਾਂਗੇ ਕਿ ਅੱਜ ਦੇ ਪੂਰੇ ਲੈਕਚਰ ਵਿੱਚ ਅਸੀਂ ਕੀ ਸਿੱਖਿਆ। ਬੇਟਾ, ਸਭ ਤੋਂ ਪਹਿਲਾਂ ਤੁਸੀਂ ਸਿੱਖਿਆ ਕਿ ਕੱਪੜਾ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ। ਸੂਤੀ, ਰੇਸ਼ਮੀ, ਪਟਸਨ, ਸੰਸ਼ਲਿਸ਼ਟ ਰੇਸ਼ਿਆਂ ਤੋਂ ਬਣੇ ਹੋਏ ਵੱਖ-ਵੱਖ ਤਰ੍ਹਾਂ ਦੇ ਕੱਪੜੇ ਹੁੰਦੇ ਹਨ। ਸਾਡੇ ਘਰਾਂ ਵਿੱਚ ਵੀ ਚਾਦਰਾਂ, ਪਰਦੇ, ਸਾਡੇ ਕੱਪੜੇ, ਸਾਡੇ ਬੈਗ, ਬਸਤੇ ਜਿਹੜੇ ਹੁੰਦੇ ਹਨ, ਬੋਰੀਆਂ, ਦਰੀਆਂ, ਇਹ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਤੋਂ ਬਣਦੇ ਹਨ। ਇਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਕਿਰਿਆ ਰਾਹੀਂ ਸਮਝਾਇਆ ਕਿ ਕੱਪੜਾ ਹੈ ਜਿਹੜਾ ਉਹ ਧਾਗਿਆਂ ਤੋਂ ਬਣਿਆ ਹੈ ਅਤੇ ਫਿਰ ਤੁਸੀਂ 2 ਕਿਰਿਆਵਾਂ ਇਸ ਦੀ ਪੁਸ਼ਟੀ ਲਈ ਵੀ ਕੀਤੀਆਂ ਕਿ ਕੱਪੜਾ ਜਿਹੜਾ ਹੈ ਉਹ ਧਾਗਿਆਂ ਤੋਂ ਬਣਿਆ ਹੈ। ਬੇਟਾ, ਕੱਪੜਾ ਤਾਂ ਧਾਗਿਆਂ ਤੋਂ ਬਣਿਆ ਹੈ, ਧਾਗਾ ਕਿਸ ਤੋਂ ਬਣਿਆ ਹੈ? ਧਾਗਾ ਜਿਹੜਾ ਹੈ ਉਹ ਰੇਸ਼ਿਆਂ ਤੋਂ ਬਣਿਆ ਹੈ। ਅਸੀਂ ਇਹ ਵੀ ਪੜ੍ਹਿਆ ਹੈ ਨਾ। ਅਤੇ ਰੇਸ਼ੇ ਜਿਹੜੇ ਹਨ ਉਹ 2 ਤਰ੍ਹਾਂ ਦੇ ਹਨ। ਬੇਟਾ, ਨੈਚੁਰਲ ਫਾਈਬਰਸ, ਕੁਦਰਤੀ ਰੇਸ਼ੇ, ਇਹ ਉਹ ਰੇਸ਼ੇ ਹਨ ਜਿਹੜੇ ਸਾਨੂੰ ਕੁਦਰਤ ਵੱਲੋਂ ਪ੍ਰਾਪਤ ਹੁੰਦੇ ਹਨ। ਮਤਲਬ ਇਹਨਾਂ ਰੇਸ਼ਿਆਂ ਨੂੰ ਅਸੀਂ ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਕਰਦੇ ਹਾਂ। ਉਦਾਹਰਨ ਦੇ ਤੌਰ 'ਤੇ ਰੂੰ ਅਤੇ ਪਟਸਨ ਸਾਨੂੰ ਪੌਦਿਆਂ ਤੋਂ ਮਿਲਦਾ ਹੈ ਅਤੇ ਉੱਨ ਅਤੇ ਰੇਸ਼ਮ ਸਾਨੂੰ ਜੰਤੂਆਂ ਤੋਂ ਪ੍ਰਾਪਤ ਹੁੰਦਾ ਹੈ। ਉਸ ਤੋਂ ਬਾਅਦ ਹੈ ਸਿੰਥੈਟਿਕ ਫਾਈਬਰਸ, ਸੰਸ਼ਲਿਸ਼ਟ ਰੇਸ਼ੇ। ਇਹ ਉਹ ਰੇਸ਼ੇ ਹਨ ਜਿਹੜੇ ਰਸਾਇਣਿਕ ਪਦਾਰਥਾਂ ਤੋਂ ਮਨੁੱਖ ਦੁਆਰਾ ਤਿਆਰ ਕੀਤੇ ਜਾਂਦੇ ਹਨ, ਜਿਵੇਂ ਨਾਇਲੋਨ, ਟੈਰੀਲੀਨ, ਐਕ੍ਰਾਇਲਿਕ ਆਦਿ। ਉਸ ਤੋਂ ਬਾਅਦ ਅਸੀਂ ਸਪਿਨਿੰਗ, ਕਤਾਈ ਬਾਰੇ ਪੜ੍ਹਿਆ। ਅਸੀਂ ਕਤਾਈ ਵਿੱਚ ਕੀ ਪੜ੍ਹਿਆ? ਅਸੀਂ ਪੜ੍ਹਿਆ ਕਿ ਰੇਸ਼ਿਆਂ ਨੂੰ ਹੌਲੇ ਖਿੱਚਦੇ ਹੋਏ, ਵੱਟਦੇ ਹੋਏ ਉਹਨਾਂ ਤੋਂ ਧਾਗਾ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਵਿਧੀ ਨੂੰ ਅਸੀਂ ਕਤਾਈ ਕਹਿੰਦੇ ਹਾਂ। ਇਸ ਨੂੰ ਸਮਝਾਉਣ ਲਈ ਮੈਂ ਤੁਹਾਨੂੰ ਆਪ ਕਿਰਿਆ ਕਰਕੇ ਵੀ ਦਿਖਾਈ ਬੇਟਾ। ਇਸ ਤੋਂ ਬਾਅਦ ਵੀਵਿੰਗ, ਬੁਣਾਈ ਅਤੇ ਨਿਟਿੰਗ, ਉਣਾਈ ਬਾਰੇ ਵੀ ਅਸੀਂ ਪੜ੍ਹਿਆ। ਵੀਵਿੰਗ ਮਤਲਬ ਬੁਣਾਈ ਨੂੰ ਸਮਝਾਉਣ ਲਈ ਮੈਂ ਤੁਹਾਨੂੰ ਕਿਰਿਆ ਆਪ ਕਰਕੇ ਵੀ ਦਿਖਾਈ ਸੀ। ਬੇਟਾ, ਅਸੀਂ ਪੜ੍ਹਿਆ ਕਿ ਬੁਣਾਈ ਅਤੇ ਉਣਾਈ ਦਾ ਉਪਯੋਗ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਨੂੰ ਬਣਾਉਣ ਲਈ ਕੀਤਾ ਜਾਂਦਾ ਹੈ। ਬੇਟਾ, ਫਿਰ ਤੁਸੀਂ ਕੱਪੜਾ ਸਮੱਗਰੀ ਦੇ ਇਤਿਹਾਸ ਬਾਰੇ ਪੜ੍ਹਿਆ। ਤੁਸੀਂ ਪੜ੍ਹਿਆ ਕਿ ਪਹਿਲਾ ਮਨੁੱਖ ਜਿਹੜਾ ਹੈ ਉਹ ਆਪਣੇ ਸਰੀਰ ਨੂੰ ਢੱਕਣ ਲਈ ਅਤੇ ਆਪਣੇ ਸਰੀਰ ਨੂੰ ਠੰਡ ਅਤੇ ਗਰਮੀ ਤੋਂ ਬਚਾਉਣ ਲਈ ਪੱਤਿਆਂ ਨਾਲ ਜਾਂ ਜਾਨਵਰਾਂ ਦੀ ਜਿਹੜੀ ਖਾਲ ਹੁੰਦੀ ਹੈ ਉਹਦੇ ਨਾਲ ਢੱਕਦਾ ਸੀ।
ਪਰ ਬਾਅਦ ਵਿੱਚ ਖੇਤੀ ਸਮਾਜ ਦੀ ਸਥਾਪਨਾ ਹੋਈ ਅਤੇ ਹੌਲੇ ਹੌਲੇ ਜਿਹੜਾ ਕੱਪੜਾ ਹੈ ਉਹ ਬਣਾਇਆ ਗਿਆ। ਪਰ ਤਾਂ ਵੀ ਲੋਕ ਕੱਪੜਾ ਲਪੇਟਦੇ ਸਨ। ਸੂਈ ਦੀ ਕਾਢ ਤੋਂ ਬਾਅਦ ਕੱਪੜਾ ਲੋਕਾਂ ਨੇ ਸੀ ਕੇ ਪਾਉਣਾ ਸ਼ੁਰੂ ਕੀਤਾ ਅਤੇ ਹੁਣ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਲੋਕ ਭਾਂਤ ਭਾਂਤ ਦੇ ਕੱਪੜੇ ਪਾਉਂਦੇ ਹਨ ਅਤੇ ਸਾਡੇ ਦੇਸ਼ ਦੇ ਕੱਪੜਿਆਂ ਵਿੱਚ ਵੀ ਕਾਫੀ ਵਿਭਿੰਨਤਾ ਪਾਈ ਜਾਂਦੀ ਹੈ। ਬੇਟਾ ਹੁਣ ਤੁਹਾਡੇ ਲਈ ਹੈ ਹੋਮਵਰਕ ਤੁਸੀਂ ਨੋਟ ਕਰੋ ਆਪਣੀ ਕਾਪੀਆਂ ਵਿੱਚ। ਲਿਖੋ ਪਹਿਲਾ ਕੁਐਸਚਨ, ਵਾਟ ਇਜ਼ ਵੀਵਿੰਗ? ਬੁਣਾਈ ਕੀ ਹੁੰਦੀ ਹੈ? ਵਾਟ ਇਜ਼ ਵੀਵਿੰਗ? ਬੁਣਾਈ ਕੀ ਹੁੰਦੀ ਹੈ? ਸੈਕਿੰਡ ਕੁਐਸਚਨ, ਨੇਮ 2 ਆਈਟਮਸ that are made from coconut fiber। ਨਾਰੀਅਲ ਰੇਸ਼ੇ ਤੋਂ ਬਣਨ ਵਾਲੀਆਂ 2 ਵਸਤਾਂ ਦੇ ਨਾਂ ਲਿਖੋ। ਨੇਮ 2 ਆਈਟਮਸ that are made from coconut fiber। ਨਾਰੀਅਲ ਰੇਸ਼ੇ ਤੋਂ ਬਣਨ ਵਾਲੀਆਂ 2 ਵਸਤਾਂ ਦੇ ਨਾਂ ਲਿਖੋ। ਬੇਟਾ ਸੈਕਿੰਡ ਕੁਐਸਚਨ ਦਾ ਆਨਸਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ। ਜਿਹੜਾ ਨਾਰੀਅਲ ਹੈ ਉਸਦੇ ਰੇਸ਼ੇ ਤੋਂ ਰੱਸੀਆਂ ਅਤੇ ਚਟਾਈਆਂ ਬਣਦੀਆਂ ਹਨ। ਰੌਪਸ ਐਂਡ ਮੈਟਸ ਜਿਹੜੇ ਹਨ ਉਹ ਨਾਰੀਅਲ ਦੇ ਰੇਸ਼ੇ ਤੋਂ ਬਣਦੇ ਹਨ। ਅਤੇ ਪਹਿਲਾ ਕੁਐਸਚਨ ਮੈਂ ਤੁਹਾਨੂੰ ਪਹਿਲੇ ਹੀ ਕਰਵਾ ਦਿੱਤਾ ਹੈ। ਤੁਸੀਂ ਬੁਣਾਈ ਬਾਰੇ ਕਿਰਿਆ ਵੀ ਕੀਤੀ ਅਤੇ ਇਸ ਦਾ ਆਨਸਰ ਵੀ ਤੁਹਾਨੂੰ ਪਤਾ ਹੈ। ਮੈਂ ਆਨਸਰ ਵੀ ਤੁਹਾਨੂੰ ਕਰਵਾਇਆ ਸੀ। ਸੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਅਧਿਆਇ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਤੇ ਕਿਰਿਆਵਾਂ ਵੀ ਤੁਸੀਂ ਆਪ ਕਰਕੇ ਦੇਖੋਗੇ। ਜਿਹੜੀਆਂ ਮੈਂ ਤੁਹਾਨੂੰ ਕਰਕੇ ਦਿਖਾਈਆਂ ਤੁਸੀਂ ਇਹਨਾਂ ਨੂੰ ਜ਼ਰੂਰ ਕਰਿਓ। ਧੰਨਵਾਦ।